ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਆਪਣਾ ਗੁਰਬਾਣੀ ਕਥਾ ਵਿਚਾਰ ਦਾ ਵਿਸ਼ਾ ਕਿ ਪਾਪੀ ਲੋਕਾਂ ਨੂੰ ਵੇਖ ਕੇ ਪਰਮਾਤਮਾ ਚੁੱਪ ਕਿਉਂ ਹੋ ਜਾਂਦੇ ਨੇ ਤੇ ਉਹ ਦਿਨ ਪ੍ਰਤੀ ਦਿਨ ਅਮੀਰ ਕਿਉਂ ਹੁੰਦੇ ਜਾ ਰਹੇ ਨੇ। ਉਸ ਤੋਂ ਪਹਿਲਾਂ ਸਾਰਿਆਂ ਅੱਗੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ। ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰੂ ਜੀ ਜ਼ਰੂਰ ਲਿਖੋ ਅਤੇ ਆਪਣੀ ਰਸਨਾ ਨਾਲ ਵੀ ਵਾਹਿਗੁਰੂ ਜੀ ਬੋਲ ਕੇ ਰਸਨਾ ਨੂੰ ਪਵਿੱਤਰ ਕਰੋ। ਫਿਰ ਆਓ ਜਾਣਦੇ ਹਾਂ। ਇੱਕ ਵਾਰ ਨਾ ਇੱਕ ਮਨੁੱਖ ਇੱਕ ਮੰਦਰ ਦੇ ਵਿੱਚ ਸੇਵਾ ਕਰਿਆ ਕਰਦਾ। ਉਹ ਸਵੇਰੇ ਸਾਰਾ ਮੰਦਰ ਸਾਫ਼ ਕਰਕੇ ਝਾੜ ਪੂੰਝ ਕਰਕੇ ਧੋ ਕੇ ਉਸ ਤੋਂ ਬਾਅਦ ਆਰਤੀ ਕਰਕੇ ਤੇ ਉੱਥੇ ਜੋ ਵੀ ਆਉਂਦਾ ਉਹਨੂੰ ਉੱਥੇ ਕਹਿੰਦਾ ਵੀ ਤੁਸੀਂ ਬੈਠੋ ਆਰਾਮ ਕਰੋ, ਸਭ ਦੀ ਸੁੱਖ ਸਹੂਲਤਾਂ ਦਾ ਧਿਆਨ ਰੱਖਦਾ। ਪਰ ਜੋ ਵੀ ਮੰਦਰ 'ਚ ਕੋਈ ਅੰਨ ਲੈ ਕੇ ਆਉਂਦਾ ਤੇ ਜੋ ਵੀ ਉਹਨੂੰ ਦਿੰਦਾ ਉਹਦੇ ਨਾਲ ਆਪਣੇ ਘਰ ਪਰਿਵਾਰ ਦਾ ਗੁਜ਼ਾਰਾ ਕਰਦਾ। ਪਹਿਲਾਂ ਉਹਦੀ ਪਤਨੀ ਸੀ, ਫਿਰ ਬੱਚੇ ਹੋ ਗਏ। ਘਰ ਦਾ ਗੁਜ਼ਾਰਾ ਬੜਾ ਔਖਾ ਚੱਲਦਾ ਸੀ। ਪਰ ਉਹ ਹਰ ਸਮੇਂ ਨਾ ਪਰਮਾਤਮਾ ਦੇ ਅੱਗੇ ਖੜਾ ਹੋ ਕੇ ਐਵੇਂ ਕਿਹਾ ਕਰਦਾ ਵੀ ਪਰਮਾਤਮਾ, ਹਰ ਸਮੇਂ ਮੈਂ ਵੇਖ ਇੱਥੇ ਆ ਕੇ ਸਾਫ਼ ਸਫਾਈ ਕਰਦਾ, 2 ਸਮੇਂ ਤੇਰੀ ਆਰਤੀ ਕਰਦਾ, ਤੇਰਾ ਨਾਮ ਲੈਣਾ, ਰਾਹੀ ਪਾਂਦਿਆਂ ਨੂੰ ਇੱਥੇ ਆਉਣ 'ਤੇ ਆਰਾਮ ਕਰਵਾਉਣਾ, ਪਾਣੀ ਛਕਾਉਣਾ, ਪਰ ਫਿਰ ਵੀ ਤੂੰ ਮੇਰੀ ਜ਼ਿੰਦਗੀ ਵਿੱਚ ਨਾ ਦੁੱਖ ਨਹੀਂ ਘੱਟ ਕੀਤੇ ਤੇ ਜੋ ਲੋਕੀ ਪਾਪ ਕਰਦੇ ਨੇ ਉਹਨਾਂ ਵਾਰੀ ਤੂੰ ਚੁੱਪ ਹੋ ਕੇ ਬਹਿ ਜਾਂਦਾ। ਉਹ ਰੋਜ਼ ਇਹੀ ਗੱਲ ਬੋਲਿਆ ਕਰਦਾ। ਇੱਕ ਦਿਨ ਜਦੋਂ ਪਰਮਾਤਮਾ ਨੂੰ ਇਹ ਗੱਲਾਂ ਕਹਿ ਰਿਹਾ ਸੀ ਨਾ ਤੇ ਕਹਿੰਦੇ ਪਰਮਾਤਮਾ ਉੱਥੇ ਪ੍ਰਗਟ ਹੋ ਗਏ। ਪਰਮਾਤਮਾ ਨੇ ਉਹਨੂੰ ਕਿਹਾ ਕਿ ਤੈਨੂੰ ਐਵੇਂ ਲੱਗਦਾ ਹੈ ਵੀ ਤੂੰ ਇਕੱਲਾ ਦੁਖੀ ਆ, ਬਾਕੀ ਸਾਰੇ ਸੁਖੀ ਨੇ। ਨਹੀਂ, ਹਰ ਕਿਸੇ ਦੀ ਜ਼ਿੰਦਗੀ ਵਿੱਚ ਕੋਈ ਨਾ ਕੋਈ ਦੁੱਖ ਹੈ। ਜੇਕਰ ਆਪਾਂ ਦੂਰ ਖੜੇ ਦੂਸਰੇ ਨੂੰ ਦੇਖਦੇ ਹਾਂ ਨਾ ਤੇ ਲੱਗਦਾ ਉਹ ਬੜਾ ਸੁਖੀ ਹੈ, ਪਰ ਉਹਦੀ ਜ਼ਿੰਦਗੀ 'ਚ ਵੀ ਕੋਈ ਦੁੱਖ ਹੁੰਦੇ ਨੇ। ਕੋਲ ਜਾਣ 'ਤੇ ਫਿਰ ਆਪਾਂ ਕਹਿੰਦੇ ਹਾਂ ਵੀ ਆਪਣੇ ਦੁੱਖ ਠੀਕ ਨੇ, ਅਗਲਾ ਤਾਂ ਹੋਰ ਦੁਖੀ ਹੈ। ਉਹ ਕਹਿੰਦਾ ਪਰਮਾਤਮਾ, ਚਲ ਹੋਰ ਦੀ ਜ਼ਿੰਦਗੀ 'ਚ ਤਾਂ ਦੁੱਖ ਨੇ, ਤੇਰੀ ਜ਼ਿੰਦਗੀ 'ਚ ਤਾਂ ਕੋਈ ਦੁੱਖ ਨਹੀਂ। ਤੂੰ ਆਰਾਮ ਨਾਲ ਇੱਥੇ ਖੜਾ ਰਹਿਣਾ। ਕੋਈ ਲੱਡੂ ਲੈ ਕੇ ਆਉਂਦਾ, ਕੋਈ ਬਰਫੀ ਲੈ ਕੇ ਆਉਂਦਾ, ਤੈਨੂੰ ਭੋਗ ਲਾਉਂਦਾ, ਤੂੰ ਖੜਾ ਖੜਾ ਖਾ ਲੈਂਦਾ, ਹੋਰ ਤੇਰੀ ਜ਼ਿੰਦਗੀ 'ਚ ਕਾਹਦੇ ਦੁੱਖ ਨੇ। ਪਰਮਾਤਮਾ ਨੇ ਕਿਹਾ ਕਿ ਮੈਂ ਸਾਰੀ ਸ੍ਰਿਸ਼ਟੀ 'ਚ ਦੇਖਣਾ ਵੀ ਕਿਹਦੇ ਕੋਲ ਦੁੱਖ ਆ, ਉਹਦੇ ਦੁੱਖਾਂ ਦਾ ਨਿਵਾਰਨ ਕਿਵੇਂ ਕਰਨਾ। ਜੇ ਕੋਈ ਕਿਸੇ ਨੂੰ ਪਰੇਸ਼ਾਨ ਕਰਦਾ ਪਿਆ ਤਾਂ ਉਹਨੂੰ ਉਸ ਤੋਂ ਬਾਹਰ ਕਿਵੇਂ ਕੱਢਣਾ, ਇਹਦੇ ਤੱਕ ਰੋਜੀ ਕਿਵੇਂ ਪਹੁੰਚਾਉਣੀ, ਇਹ ਸਭ ਵੀ ਦੇਖਣਾ ਪੈਂਦਾ। ਕਹਿੰਦੇ ਇਹ ਕਿੱਡਾ ਕੁ ਕੰਮ ਹੈ, ਇਹ ਤਾਂ ਮੈਂ ਝੱਟ ਕਰਦਾ। ਜਦੋਂ ਉਹਨੇ ਐਵੇਂ ਕਿਹਾ ਨਾ ਤਾਂ ਪਰਮਾਤਮਾ ਕਹਿੰਦੇ ਚੱਲ ਠੀਕ ਹੈ, ਪਰ ਤੈਨੂੰ ਨਾ ਇੱਕ ਦਿਨ ਲਈ ਮੈਂ ਆਪਣੀ ਜ਼ਿੰਦਗੀ ਦੇਣਾ, ਪਰ ਯਾਦ ਰੱਖੀ ਇਸ ਕੰਮ ਵਿੱਚ ਸਬਰ ਦੀ ਬਹੁਤ ਲੋੜ ਹੁੰਦੀ ਹੈ। ਮਨੁੱਖ ਵਿੱਚ ਇੰਨਾ ਸਬਰ ਨਹੀਂ, ਨਤੀਜਾ ਆਉਣ ਤੋਂ ਪਹਿਲਾਂ ਉਹ ਸਬਰ ਕਰ ਸਕੇ। ਮਨੁੱਖ ਦੀ ਇਹੀ ਕਮਜ਼ੋਰੀ ਹੈ, ਉਹ ਥੋੜ੍ਹਾ ਜਿਹਾ ਸੁੱਖ ਪਾ ਕੇ ਘਮੰਡ ਨਾਲ ਭਰ ਜਾਂਦਾ। ਜਰਾ ਜਿਹਾ ਦੁੱਖ ਆਇਆ ਟੁੱਟ ਕੇ ਖਿਲਰ ਜਾਂਦਾ, ਉਹ ਸਬਰ ਨਹੀਂ ਕਰਦਾ। ਉਹ ਕਹਿੰਦੇ ਕੋਈ ਗੱਲ ਨਹੀਂ, ਮੈਂ ਸਬਰ ਕਰ ਲਾਂਗਾ ਤੇ ਆਪਣੀ ਥਾਂ ਦੇ ਦਿਓ। ਕਹਿੰਦੇ ਠੀਕ ਹੈ, ਪਰ ਮੇਰੀ ਇੱਕ ਸ਼ਰਤ ਹੈ, ਤੂੰ ਇੱਥੇ ਸਿਰਫ ਜੋ ਵੀ ਤੇਰੇ ਕੋਲ ਆਵੇ ਤੂੰ ਉਹ ਸਿਰਫ ਸੁਣਨਾ ਹੈ ਤੇ ਤੂੰ ਚੁੱਪ ਕਰਕੇ ਖੜੇ ਰਹਿਣਾ, ਕੁਝ ਨਹੀਂ ਬੋਲਣਾ। ਇੱਥੇ ਚੰਗੇ ਲੋਕ ਵੀ ਆਉਣਗੇ, ਮਾੜੇ ਲੋਕ ਵੀ ਆਉਣਗੇ, ਮਾੜਾ ਵੀ ਬੋਲਣਗੇ, ਕੁਝ ਚੰਗਾ ਵੀ ਬੋਲਣਗੇ, ਤੂੰ ਸਬਰ ਕਰਕੇ ਸਿਰਫ ਤੇ ਸਿਰਫ ਸੁਣਨਾ ਹੈ, ਤੂੰ ਬੋਲਣਾ ਕੁਝ ਨਹੀਂ। ਕਹਿੰਦੇ ਠੀਕ ਹੈ। ਉਹ ਹੁਣ ਨਾ ਪਰਮਾਤਮਾ ਉਹਦਾ ਰੂਪ ਧਾਰ ਕੇ ਇੱਕ ਦਿਨ ਲਈ ਉਸ ਪੂਰੇ ਉਹਦੇ ਨਗਰ 'ਤੇ ਉਹ ਜਿੱਥੇ ਉਹ ਸਫਾਈ ਕਰਦਾ ਹੁੰਦਾ ਸੀ ਮੰਦਰ 'ਚ, ਤੇ ਉਹ ਸੇਵਕ ਬਣ ਗਏ ਤੇ ਉਹਨੂੰ ਰੱਬ ਦਾ ਦਰਜਾ ਦੇ ਦਿੱਤਾ। ਕਹਿੰਦੇ ਸਭ ਤੋਂ ਪਹਿਲਾਂ ਜਦੋਂ ਸਵੇਰੇ ਸਵੇਰੇ ਸਾਰੇ ਕੰਮ ਹੋ ਗਏ ਤੇ ਉੱਥੇ ਨਾ ਇੱਕ ਵਪਾਰੀ ਮੱਥਾ ਟੇਕਣ ਆਇਆ। ਉਹ ਵਪਾਰੀ ਮੱਥਾ ਟੇਕ ਕੇ ਕਹਿੰਦਾ ਵੀ ਕਰੋੜਾਂ ਦਾ ਨਾ ਮੈਂ ਵਪਾਰ ਸ਼ੁਰੂ ਕੀਤਾ ਤੇ ਉਸ ਦੇ ਵਿੱਚ ਦਿਨ ਰਾਤ ਹੁਣ 29 ਬਖਸ਼ਿਓ ਤੇ ਇਹ ਤੁਹਾਡੇ ਹਵਾਲੇ ਹੈ ਤੇ ਮੈਂ ਲੱਡੂਆਂ ਦਾ ਡੱਬਾ ਲੈ ਕੇ ਆਇਆ ਵਾਂ ਤੇ ਇਹਨੂੰ ਪ੍ਰਸ਼ਾਦ ਵਜੋਂ ਗ੍ਰਹਿਣ ਕਰਿਓ। ਹੁਣ ਜਦੋਂ ਉਹਨੇ ਮੱਥਾ ਟੇਕਣ ਲੱਗਾ ਨਾ ਤੇ ਉਹਦੀ ਜਿਹੜੀ ਇੱਕ ਜੇਬ ਸੀ ਉਹਦੇ ਵਿੱਚੋਂ ਨਾ ਇੱਕ ਪੋਟਲੀ ਥੱਲੇ ਡਿੱਗ ਜਾਂਦੀ। ਮੱਥਾ ਟੇਕ ਕੇ ਤੇ ਉਹ ਤੁਰ ਜਾਂਦਾ। ਹੁਣ ਜਿਹੜਾ ਉਹ ਸੇਵਕ ਸੀ, ਜਿਹੜਾ ਰੱਬ ਬਣਿਆ ਸੀ, ਉਹ ਸੋਚਦਾ ਹੈ ਵੀ ਇਹਦੀ ਪੋਟਲੀ ਡਿੱਗੀ, ਤੈਨੂੰ ਕਵਾਂ ਵੇ ਭਰਾਵਾ ਆਪਣੀ ਪੋਟਲੀ ਲੈ ਜਾ ਵੀ ਤੇਰੇ ਪੈਸੇ ਡਿੱਗ ਗਏ ਨੇ। ਪਰ ਉਹਨੂੰ ਸ਼ਰਤ ਯਾਦ ਆ ਜਾਂਦੀ ਹੈ ਵੀ ਪਰਮਾਤਮਾ ਨੇ ਕਿਹਾ ਸੀ ਤੂੰ ਚੁੱਪ ਕਰਕੇ ਖੜੇ ਰਹਿਣਾ, ਤੂੰ ਬੋਲਣਾ ਕੁਝ ਨਹੀਂ। ਹੁਣ ਉਹ ਚੁੱਪ ਕਰਕੇ ਤੇ ਖੜਾ ਹੋ ਜਾਂਦਾ। ਇੰਨੇ ਨੂੰ ਇੱਕ ਕਿਸਾਨ ਉੱਥੇ ਆਉਂਦਾ। ਉਹ ਆ ਕੇ ਅੱਖਾਂ 'ਚੋਂ ਹੰਝੂ ਵਹਾਉਣ ਲੱਗ ਜਾਂਦਾ। ਕਹਿੰਦਾ ਪਰਮਾਤਮਾ, ਤੇਰੇ ਤੋਂ ਕੁਝ ਵੀ ਨਹੀਂ ਲੁਕਿਆ, ਪਰ ਵੇਖ ਆ ਹੁਣ ਮੀਂਹ ਨਹੀਂ ਪਿਆ ਸਾਰੇ ਸਾਲ, ਫਸਲ ਹੋਈ ਨਹੀਂ, ਘਰ ਗਰੀਬੀ ਹੈ, ਸ਼ਾਹੂਕਾਰ ਆ ਕੇ ਪੈਸੇ ਮੰਗਦਾ, ਕਿੱਥੋਂ ਦੇਵਾਂ। ਮਾਂ ਬਿਮਾਰ ਮੰਜੇ 'ਤੇ ਪਈ ਹੈ, ਉਹਦੀ ਅੱਜ ਦਵਾਈ ਵੀ ਖਤਮ ਹੈ, ਦਵਾਈ ਚਾਹੀਦੀ, ਜੇਬ 'ਚ ਸਿਰਫ ਅੱਜ 100 ਰੁਪਏ, ਬੱਚਿਆਂ ਦੀ ਫੀਸ ਵੀ ਭਰਨੀ ਹੈ, ਰਾਸ਼ਨ ਵੀ ਚਾਹੀਦਾ, ਜ਼ਰੂਰਤਾਂ ਬੜੀਆਂ ਜ਼ਿਆਦੀਆਂ ਨੇ, ਛੱਤ 'ਚ ਆਉਂਦੀ ਹੈ ਉਹਦੇ ਲਈ ਉੱਟਾਂ ਵੀ ਲੈ ਕੇ ਜਾਣੀਆਂ। ਹੁਣ ਇਹ 100 ਰੁਪਏ 'ਚ ਮੈਂ ਕੀ ਕੁਝ ਕਰਾਂ। ਉਹਨਾਂ ਥੱਲੇ ਚੁੱਕ ਕੇ ਤੇ ਆਪਣੀ ਅਰਦਾਸ ਕਰਦਾ ਹੁੰਦਾ ਤੇ ਜਦੋਂ ਉੱਠਦਾ ਤੇ ਹੱਥ ਨਾਲ ਨਾ ਪੋਟਲੀ ਟਕਰਾ ਜਾਂਦੀ। ਉਹ ਛੇਤੀ ਚੁੱਕ ਕੇ ਵਹਿੰਦਾ ਵਿੱਚ ਪੈਸੇ। ਕਹਿੰਦਾ ਪਰਮਾਤਮਾ, ਮੈਂ ਸੁਣਿਆ ਸੀ ਤੂੰ ਸਭ ਦੀ ਸੁਣਦਾ, ਤੂੰ ਮੇਰੀ ਇੰਨੀ ਛੇਤੀ ਸੁਣ ਲਈ।
बड़ा बड़ा धन्नवाद। जाके माँ की दवाई लेना, बच्चों की फीस तारना, राशन लैके जाना, कमरे की छत च आउंदी वो उत्ते ठीक करके पाउना। ये सारियां जदों गल्लां आके ते खुशी खुशी उत्तों चला गया। हुण जिहड़ा वो सेवक रब बनया सी वो कहन लगा भी भरावा ये तेरी नहीं हैगी, ये तो व्यापारी आया सी ओहदी डिग्गी है, तू ना लैके जा। फिर उन्होंने याद आ जाता है भी मैं तो चुप करके खड़े होने। वो चुप करके खड़ा हो जाता है, पर मन च सोचता है भी व्यापारी के पैसे उहदे कोल चले गए। इन्ने नूं की हुंदा है, एक राजे दा बड़ा वड्डा उहदा कोई ऐसा सेनापति हुंदा है भी जो ना कदी भी कोई युद्ध नहीं सी हारिया हुंदा, ते ओह उत्थे आउंदा है, मत्था टेकण आउंदा है। कहंदा है हे परमात्मा भी मैं ना फलानी थां यात्रा लई चला वां ते मेरी यात्रा सफल करी। मैं 2 महीनों के समय लिए चलिया वां, पिछों मेरे परिवार ते मेहर दा हत्थ रखी ते मेरे ते भी मेहर दा हत्थ रखी ते आवां ते तेरे दर ते फिर नकमस्तक होवां। ये कह के हजे जान ही लगता है कि इन्ने नूं व्यापारी जिहड़ा उत्थे ना उस सैनिकां नूं ते उत्थे होरां नूं लैके आ जांदा है, भी भाव उस समय दी जिहड़ा पुलिस हुंदी है उहनूं लैके आ जांदा है। वो कहंदे भी मेरे तो बाद तो यही आया है ते इन्हें इत्थों पैसे चोरी किते ने, इन्हूं फड़ लो। वो जिहड़े सैनिक हुंदे ने ते ओह आम वस्त्रां च हुंदा, इस करके वो बोलन देंदे ही नहीं ते उहनूं फड़ के लै जांदे ने। इन्ने नूं ना वो जिहड़ा रब बनया हुंदा सेवक वो बोल पैंदा है, वो कहंदा है कि मैं ना रब हाँ ते मैं अपनी अखीं वेख्या भी इन्हें किसी तरह का कोई भी घोटाला नहीं किया, इहदे कोल पैसे नहीं। इस तो पहला एक किसान आया सी ते ओहदे कोल पैसे ने, थोड़ी दूरी ते गया होएगा, जाके फड़ लो। ਉਹਨੂੰ ਛੱਡ ਦਿੰਦੇ ਨੇ ਤੇ ਜਾ ਕੇ ਉਹ ਪੈਸੇ ਉਹਦੇ ਕੋਲ ਲੈ ਕੇ ਤੇ ਉਹਨੂੰ ਫੜ ਲੈਂਦੇ ਨੇ। ਹੁਣ ਜਦੋਂ ਸ਼ਾਮ ਹੁੰਦੀ ਏ ਤੇ ਭਾਵ 24 ਘੰਟੇ ਦਾ ਸਮਾਂ ਬਤੀਤ ਹੋ ਜਾਂਦਾ ਹੈ ਤੇ ਫਿਰ ਰੱਬ ਉਹਦੇ ਕੋਲ ਆਉਂਦੇ ਨੇ। ਉਹ ਫਿਰ ਰੱਬ ਉਹਨੂੰ ਸਾਰਾ ਕੁਝ ਦੱਸਦਾ ਹੈ। ਜਿਹੜਾ ਸੇਵਕ ਆ ਉਹ ਕਹਿੰਦਾ ਵੇਖੋ ਤੁਹਾਡਾ ਕੰਮ ਤੇ ਬੜਾ ਸੌਖਾ ਹੈ, ਮੈਂ ਇੱਥੇ ਬੈਠਿਆ ਸਾਰਾ ਕੁਝ ਕਰਤਾ। ਕਹਿੰਦੇ ਕੀ ਹੋਇਆ? ਸਾਰਾ ਕੁਝ ਵਿਸਤਾਰ ਨਾਲ ਦੱਸਦਾ। ਕਹਿੰਦੇ ਵੇਖੋ ਕਿੰਨਾ ਸੋਹਣਾ ਨਿਆਂ ਕੀਤਾ। ਅੱਗੋਂ ਰੱਬ ਕਹਿੰਦੇ ਤੂੰ ਨਿਆਂ ਨਹੀਂ ਕੀਤਾ, ਤੂੰ ਤੇ ਅਨਿਆਂ ਕਰ ਦਿੱਤਾ। ਉਹ ਕਿਸਾਨ ਨੂੰ ਉਹ ਪੋਟਲੀ ਜਿਹੜੀ ਲੱਭੀ ਸੀ ਨਾ, ਉਹ ਵਪਾਰੀ ਨੇ ਲੋਕਾਂ ਦਾ ਹੱਕ ਖਾ ਖਾ ਕੇ, ਲੋਕਾਂ ਤੋਂ ਵਿਆਜ ਚੋਖੀ ਲੈ ਕੇ, ਲੋਕਾਂ ਦੇ ਘਰ ਨੱਪ ਕੇ ਤੇ ਉਹਨੇ ਆਪਣਾ ਕਾਰੋਬਾਰ ਜਿਹੜਾ ਉਹ ਐਵੇਂ ਕਰਦਾ। ਇਸ ਕਰਕੇ ਉਹ ਹਰ ਕਿਸੇ ਦਾ ਹੱਕ ਮਾਰਦਾ। ਜੇ ਉਹਨੇ ਕੋਈ ਪੈਸੇ ਉਹਦੇ ਡਿੱਗੇ ਸੀ, ਇਸ ਦੇ ਨਾਲ ਉਹਨੂੰ ਕੋਈ ਫਰਕ ਨਹੀਂ ਸੀ ਪੈਣਾ, ਕਿਉਂਕਿ ਉਹ ਲੋਕਾਂ ਦੇ ਹੱਕ ਹਲਾਲ ਦੀ ਕਮਾਈ ਸੀ ਤੇ ਉਹ ਉਹਨਾਂ ਤੋਂ ਖੋ ਕੇ ਆਪਣਾ ਢਿੱਡ ਭਰਦਾ ਸੀ। ਪਰ ਉਹਦੇ ਨਾਲ ਉਹਦੀ ਗਰੀਬ ਦੇ ਕਿਸਾਨ ਦੀ ਮਾਂ ਦੀ ਦਵਾਈ, ਬੱਚਿਆਂ ਦੀ ਫੀਸ, ਰਾਸ਼ਨ, ਕਮਰੇ ਦੀ ਛੱਤ ਪੈ ਜਾਣੀ ਸੀ। ਤੂੰ ਉਹਨਾਂ ਤੋਂ ਹੱਕ ਖੋਲਿਆ, ਦੂਸਰਾ ਤੈਨੂੰ ਜੇਲ੍ਹ ਕਰਾਤਾ ਤੇ ਘਰ ਦੇ ਲੋਕ, ਉਹਨਾਂ ਦੀ ਮਾਂ ਵੀ ਬਿਮਾਰ ਹੈ ਤੇ ਉਹ ਅਕਾਲ ਚਲਾਣੇ ਕਰ ਜੇਗੀ, ਬੱਚੇ ਗਿਆਨ ਸਿੱਖਿਆ ਤੋਂ ਵਾਂਝੇ ਰਹਿ ਜਾਣਗੇ, ਰਾਸ਼ਨ ਹੈ ਨਹੀਂ ਤੇ ਉਹ ਭੁੱਖੇ ਦਰ ਭਟਕਣਗੇ। ਤੀਸਰਾ, ਜਿਹੜੇ ਸੈਨਿਕ ਨੂੰ ਤੂੰ ਫੜਾਇਆ ਉਹ ਸੈਨਿਕ ਯੁੱਧ ਕਲਾ ਵਿੱਚ ਬਹੁਤ ਜ਼ਿਆਦਾ ਮਾਹਿਰ ਹੈ ਤੇ ਉਹਨੇ ਉੱਥੇ ਜਾ ਕੇ ਰਾਜੇ ਨਾਲ ਕਈ ਜਣਾਂ ਦੀ ਹੁਣ ਜਾਨ ਲੈ ਲੈਣੀ ਤੇ ਦੇਖ, ਇਸ ਕਰਕੇ ਜੇਕਰ ਉਹ ਸੈਨਿਕ ਫੜਿਆ ਜਾਂਦਾ ਤੇ ਉਹ ਅੰਦਰ ਚਲਿਆ ਜਾਣਾ ਸੀ। ਕਿਸਾਨ ਨੂੰ ਪੈਸੇ ਮਿਲ ਕੇ ਜ਼ਰੂਰਤਾਂ ਪੂਰੀਆਂ ਹੋ ਜਾਂਦੀਆਂ ਸਨ ਤੇ ਵਪਾਰੀ ਨੂੰ ਇੰਨੇ ਨਾਲ ਕੋਈ ਫਰਕ ਨਹੀਂ ਸੀ ਪੈਣਾ। ਇਸ ਲਈ ਤੈਨੂੰ ਕਿਹਾ ਸੀ ਵੀ ਤੂੰ ਮੌਨ ਰਹੀ, ਮਨੁੱਖ ਵਿੱਚ ਸਬਰ ਦੀ ਬਹੁਤ ਘਾਟ ਹੈ ਤੇ ਤੂੰ ਉਹੀ ਕੀਤਾ। ਮਨੁੱਖ ਨਤੀਜੇ ਤੱਕ ਸਬਰ ਨਹੀਂ ਕਰਦਾ। ਉਹ ਕਹਿੰਦਾ ਪਰਮਾਤਮਾ ਤੁਸੀਂ ਜੋ ਕਰਦੇ ਹੋ ਠੀਕ ਕਰਦੇ ਹੋ, ਅਸੀਂ ਮਨੁੱਖ ਹੀ ਤੁਹਾਡੇ ਕੰਮਾਂ ਨੂੰ ਨਹੀਂ ਸਮਝ ਪਾਉਂਦੇ। ਜਦੋਂ ਸਾਡੇ ਨਾਲ ਕੁਝ ਮਾੜਾ ਹੁੰਦਾ ਅਸੀਂ ਤੁਹਾਡੇ ਨਾਲ ਗਿਲੇ ਸ਼ਿਕਵੇ ਕਰਦੇ ਹਾਂ, ਪਰ ਇਹ ਸਮਝਦੇ ਨਹੀਂ ਕਿ ਸਾਡੇ ਨਾਲ ਹੋਣ ਵਾਲੇ ਮਾੜੇ ਸਾਡੇ ਕਰਮਾਂ ਕਰਕੇ। ਪਰ ਜਦੋਂ ਉਸ ਪਰਮਾਤਮਾ ਵਿੱਚ ਕੁਝ ਸਾਡੇ ਲਈ ਚੰਗਾ ਕਰਨ ਦੀ ਕੋਸ਼ਿਸ਼ ਕਰਦੇ ਪਏ ਨੇ, ਉਹ ਮਾੜੇ ਸਮੇਂ ਵਿੱਚ ਵੀ, ਜੋ ਅੱਗੇ ਜਾ ਕੇ ਸਾਡੇ ਲਈ ਸੁੱਖ ਲੈ ਆਉਂਦਾ। ਜੇਕਰ ਤੁਹਾਡੀ ਇੱਛਾ ਅਨੁਸਾਰ ਕੁਝ ਵੀ ਨਹੀਂ ਹੋ ਰਿਹਾ ਤਾਂ ਇਸ ਵਿੱਚ ਪਰਮਾਤਮਾ ਜੀ ਦੀ ਰਜ਼ਾ ਸਮਝਣੀ ਚਾਹੀਦੀ ਹੈ ਤੇ ਰੱਬ ਜੋ ਕਰਦੇ ਨੇ ਉਹ ਚੰਗਾ ਹੀ ਕਰਦੇ ਨੇ। ਤੇ ਰੱਬ ਸਭ ਵੇਖ ਕੇ ਚੁੱਪ ਕਿਉਂ ਰਹਿੰਦੇ ਨੇ? ਤਾਂ ਅੱਗੋਂ ਪਰਮਾਤਮਾ ਨੇ ਕਿਹਾ 2 ਕਾਰਨ ਨੇ। ਪਹਿਲਾ, ਰੱਬ ਤੁਹਾਡੀ ਉਦੋਂ ਤੱਕ ਮਦਦ ਨਹੀਂ ਕਰਦਾ ਜਦੋਂ ਤੱਕ ਤੁਸੀਂ ਦੂਜਿਆਂ 'ਤੇ ਨਿਰਭਰ ਰਹਿੰਦੇ ਹੋ। ਪਰਮਾਤਮਾ ਵੀ ਉਹਦੀ ਮਦਦ ਕਰਦੇ ਨੇ ਜੋ ਆਪਣੀ ਮਦਦ ਆਪ ਕਰਦਾ। ਜਿਸ ਦਿਨ ਤੁਸੀਂ ਵਾਹਿਗੁਰੂ ਦਾ ਨਾਮ ਲੈ ਕੇ ਆਪਣੇ ਹੱਥੀਂ ਕਾਰਜ ਰਚੇ ਨਾ, ਪਰਮਾਤਮਾ ਤੁਹਾਡੀ ਆਪ ਮਦਦ ਕਰਨਗੇ। ਦੂਜਾ, ਰੱਬ ਤੁਹਾਡੇ ਕਰਮਾਂ ਦਾ ਹਿਸਾਬ ਕਿਤਾਬ ਕਰਕੇ ਤੁਹਾਡੀ ਝੋਲੀ ਭਰਦੇ ਨੇ। ਉਹਦੇ ਹਿਸਾਬ ਨਾਲ ਤੁਹਾਡੇ ਚੰਗਾ ਤੇ ਮਾੜਾ ਹੁੰਦਾ। ਇਸ ਲਈ ਚੰਗੇ ਕਰਮ ਕਰੋ ਜੇ ਸੁੱਖ ਚਾਹੀਦਾ ਤਾਂ।